ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ ਪਹਿਲੀ ਮੁਲਾਕਾਤ ਦੀ। ਪਹਿਲੀ ਮੁਲਾਕਾਤ ਬਹੁਤ ਅਹਿਮ ਹੁੰਦੀ ਹੈ, ਚਾਹੇ ਕਿਸੇ ਦੀ ਵੀ ਹੋਵੇ। ਅੱਜ ਪਹਿਲੀ ਮੁਲਾਕਾਤ ਹੋਈ ਹੈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਕਾਫੀ ਪੱਖਾਂ ਤੋਂ ਅਹਿਮ ਰਹੀ ਹੈ। 40 ਮਿੰਟ ਇਹ ਗੱਲਬਾਤ ਚੱਲੀ ਹੈ ਔਰ ਚਰਨਜੀਤ ਸਿੰਘ ਚੰਨੀ ਨੇ ਬਾਹਰ ਆ ਕੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ 3 ਮੁੱਦੇ ਰੱਖੇ ਗਏ ਨੇ। ਹਾਲਾਂਕਿ ਇਹ ਕਰਟਸੀ ਕਾਲ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲਣਾ ਹੁੰਦਾ ਹੈ ਰਸਮੀ ਤੌਰ ਤੇ ਕਰਟਸੀ ਦੇ ਨਾਤੇ, ਸੋ ਇਸ ਲਈ ਉਹ ਕਰਟਸੀ ਕਾਲ ਤੇ ਗਏ ਸੀ। ਪਰ 3 ਮੁੱਦੇ ਉਹਨਾਂ ਨੇ ਫਿਰ ਵੀ ਰੱਖੇ ਨੇ। ਪਹਿਲਾ ਮੁੱਦਾ, ਝੋਨੇ ਦੀ ਜਿਹੜੀ ਰੁਕੀ ਹੋਈ ਖਰੀਦ ਹੈ ਉਹ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੀ ਜਾਵੇ, ਜਿਹੜੀ 10 ਦਿਨ ਅੱਗੇ ਪਾਈ ਗਈ ਹੈ। ਦੂਸਰਾ ਮੁੱਦਾ, ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਮੀਟਿੰਗ ਦੇ ਲਈ ਬੁਲਾਇਆ ਜਾਵੇ। ਜਿਹੜੀ ਰੁਕੀ ਹੋਈ ਗੱਲਬਾਤ ਹੈ ਸਰਕਾਰ ਤੇ ਕਿਸਾਨਾਂ ਵਿਚਕਾਰ ਉਹ ਸ਼ੁਰੂ ਕੀਤੀ ਜਾਵੇ। ਔਰ ਤੀਸਰਾ ਮੁੱਦਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ, ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਕਰੋਨਾ ਦੇ ਕਰਕੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਉਸ ਨੂੰ ਤੁਰੰਤ ਪ੍ਰਭਾਵ ਨਾਲ ਖੁਲਵਾਇਆ ਜਾਵੇ। ਇਹ 3 ਮੰਗਾਂ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀਆਂ ਗਈਆਂ। प्रोक्योरमेंट का सीजन शुरू हो रहा है, उसमें पहले जो प्रोक्योरमेंट है वो 1 से शुरू होती है, 1 अक्टूबर से, लेकिन इस बार केंद्र सरकार ने उसको 10 अक्टूबर से कर दिया है। आज तक कभी भी पोस्टपोन नहीं हुई है, प्रीपोन तो हुई है पिछले 50-70 सालों में। तो मैंने उनको रिक्वेस्ट की है कि आप इसको अभी शुरू करवाएं, तो उन्होंने मुझे विश्वास दिलाया कि मैं बात करके इसका हल करूंगा। पंजाब खेती प्रधान सूबा है, एग्रीकल्चर हमारी मेन इनकम है, सोर्स ऑफ लिविंग है। तो मैंने उनको कहा है कि जो ये 3 बिल का झगड़ा है इसको ख़त्म करो। उन्होंने मेरी बात बड़े ध्यान से सुनी है और मुझे कहा है कि वो भी इसका कोई हल ढूंढना चाहते हैं और इस दिशा में चल रहे हैं। किसानों से मैंने उनको डायलॉग शुरू करने की बात की है, जो पिछले समय से टूटा हुआ है, क्योंकि डायलॉग से ही बात हल होगी। तो मैंने उनको कहा है कि ये तीनों बिल इनको ख़त्म होना चाहिए। पाकिस्तान और इंडिया कॉरिडोर जो बना है, जहाँ से गुरुद्वार को जाया जाता है, उसके लिए मैंने कहा है कि कोविड की वजह से बंद हो गया है, उसको तुरंत खोल दिया जाए ताकि श्रद्धालु हैं जो वो श्रद्धा से वहाँ जाकर अपनी श्रद्धा सोन भेंट कर सकें। ਤੇ ਗੱਲ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਵਿੱਚ ਹੋ ਰਹੇ ਬਿਆਨਾਂ ਦੀ। ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਦੇ ਬਿਆਨਾਂ ਤੇ ਪਲਟਵਾਰ ਕੀਤਾ ਹੈ ਔਰ ਰਾਵਤ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ ਹੈ। ਕੈਪਟਨ ਨੇ ਕਿਹਾ ਹੈ ਕਿ ਜੋ ਹਰੀਸ਼ ਰਾਵਤ ਵੱਲੋਂ ਦਾਅਵੇ ਕੀਤੇ ਗਏ ਉਹ ਪੂਰੀ ਤਰ੍ਹਾਂ ਝੂਠ ਨੇ। ਮੈਨੂੰ ਸੀਐਲਪੀ ਦੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕੈਪਟਨ ਨੇ ਵੀ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਮੈਨੂੰ ਕਿਸ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ, ਫਿਰ ਵੀ ਰਾਵਤ ਇਸ ਦੇ ਉਲਟ ਦਾਅਵੇ ਕਰ ਰਹੇ ਨੇ। ਇਹ ਅਪਮਾਨ ਨਹੀਂ ਤਾਂ ਹੋਰ ਕੀ ਸੀ? ਇਹ ਸਵਾਲ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਛਿਆ ਗਿਆ। ਉਹਨਾਂ ਨੇ ਕਿਹਾ ਹੈ ਕਿ ਜੇ ਪਾਰਟੀ ਦਾ ਮੈਨੂੰ ਅਪਮਾਨਿਤ ਕਰਨ ਦਾ ਇਰਾਦਾ ਨਹੀਂ ਸੀ ਤਾਂ ਮਹੀਨਿਆਂ ਤੱਕ ਸਿੱਧੂ ਨੂੰ ਮੇਰੀ ਖੁੱਲ੍ਹੇਆਮ ਆਲੋਚਨਾ ਤੇ ਹਮਲਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ? ਪਾਰਟੀ ਨੇ ਸਿੱਧੂ ਦੀ ਅਗਵਾਈ ਵਾਲੇ ਬਾਗੀਆਂ ਨੂੰ ਮੇਰੇ ਅਧਿਕਾਰਾਂ ਨੂੰ ਕੱਟ ਕਰਨ ਦੀ ਖੁੱਲ੍ਹੀ ਛੁੱਟ ਕਿਉਂ ਦਿੱਤੀ? ਪੰਜਾਬ 'ਚ ਕਾਂਗਰਸ ਹੁਣ ਬੈਕਫੁੱਟ ਤੇ ਹੈ, ਇਹ ਗੱਲ ਕੈਪਟਨ ਨੇ ਕਹੀ ਹੈ। ਉਹਨਾਂ ਕਿਹਾ ਕਿ ਕੋਈ ਮੇਰੀ ਸੈਕੂਲਰਿਜ਼ਮ ਤੇ ਸਵਾਲ ਨਹੀਂ ਚੁੱਕ ਸਕਦਾ। ਰਾਵਤ ਤੋਂ ਇਹ ਵੀ ਪੁੱਛਿਆ ਕਿ ਸਿੱਧੂ ਦਾ ਕਾਂਗਰਸ ਤੇ ਕੀ ਦਬਾਅ ਹੈ ਜਿਸ ਕਰਕੇ ਵਾਰ-ਵਾਰ ਸਿੱਧੂ ਨੂੰ ਮਨਾਉਣ ਕਾਂਗਰਸ ਹਾਈ ਕਮਾਨ ਪਹੁੰਚ ਜਾਂਦੀ ਹੈ। ਤੇ ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਹਮਲੇ ਕੀਤੇ ਸੀ। ਰਾਵਤ ਨੇ ਕਿਹਾ ਸੀ ਕਿ ਕੈਪਟਨ ਕਾਂਗਰਸ ਵੱਲੋਂ ਬੇਇੱਜ਼ਤ ਕੀਤੇ ਜਾਣ ਦੀ ਝੂਠੀ ਗੱਲ ਕਰਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਸੁਣਾਉਂਦੇ ਹਾਂ ਹਰੀਸ਼ ਰਾਵਤ ਨੇ ਕੀ ਕਿਹਾ ਸੀ। ने हमेशा सम्मान दिया। 3 बार वो पार्टी के प्रांतीय अध्यक्ष रहे और 2 बार 9.5 साल करीब मुख्यमंत्री रहे। यदि ये ह्यूमिलेशन है तो फिर दूसरे वरिष्ठ नेता जिनको
उनकी तुलना में बहुत कम अवसर मिल पाए, उनसे श्री अमरेंद्र सिंह जी को अपनी तुलना करनी चाहिए। हमने सीएलपी की मीटिंग बुलाने का निर्णय लिया और उस निर्णय की सूचना मैंने कुछ स्रोतों से माननीय मुख्यमंत्री को दे दी और उनके कार्यालय प्रभारियों को दे दी और मुख्यमंत्री जी ने दूसरे दिन स्वयं पेशकश करके की और कहा कि मैं बैठक में नहीं जाऊंगा, वहाँ कई तरीके के सवाल किए जाएंगे कि अभी तक जो बातें कही हैं कैप्टन अमरेंद्र सिंह जी उस पर फिर से विचार करें और भाजपा जैसी पंजाब विरोधी, किसान विरोधी पार्टी को प्रत्यक्ष और अप्रत्यक्ष तरीके से मदद न पहुंचाएं और उनकी जो उनको मुखौटा बनाने की कोशिश है उस कोशिश को वो नकार। आज जब देश के सामने लोकतंत्र बचाने का सवाल है, ऐसे समय में श्री अमरेंद्र सिंह जी से ये उम्मीद की जाती थी कि वो सोनिया जी के साथ खड़े होकर लोकतांत्रिक मूल्यों की रक्षा के लिए अपने आप को समर्पित। ਬੇਅਦਬੀ ਦੇ ਮੁੱਦੇ ਤੇ ਹਰੀਸ਼ ਰਾਵਤ ਨੇ ਕਿਹਾ ਕਿ ਬੇਅਦਬੀ ਮੁੱਦੇ ਤੇ ਜਿਵੇਂ ਕੰਮ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ। ਨਾਲ ਹੀ ਰਾਵਤ ਨੇ ਸਿੱਧੂ ਨੂੰ ਵੀ ਜਜ਼ਬਾਤੀ ਇਨਸਾਨ ਦੱਸਿਆ। दुर्भाग्य से कई महीने बीतने के बाद भी जब कोई कार्रवाई नहीं हुई तो पुनः अमरेंद्र सिंह जी से पैनल ने बातचीत की। उन्होंने पुनः पैनल के माध्यम से कांग्रेस प्रेसिडेंट को आश्वस्त किया कि वो सभी महत्वपूर्ण मुद्दों पर शीघ्र कार्रवाई करेंगे। जब फिर भी कार्रवाई नहीं हुई तो मैं स्वयं गया और मैंने श्री अमरेंद्र सिंह जी से उनके निवास पर बातचीत की। किसी को भी ऐसे किसी के लिए जजमेंट पास करने का अधिकार नहीं होना चाहिए और गुस्से में भी व्यक्ति को दूसरे का सम्मान करना चाहिए। श्री सिद्धू पूरी तरीके से एक राष्ट्रभक्त व्यक्ति हैं और उन्होंने जिस रूप में भी जिस समय भी बात आई है उन्होंने राष्ट्र की भी सेवा की है और